हाँ जी बच्चों, गुड मॉर्निंग। सब ठीक ठाक हो बच्चों? जो मैं काम करवा रही हूँ तुहानू सारा समझ आ रहा है? अच्छा आ रहा, ठीक है, शाबाश। अच्छा, जिन्ने आपां जोड़दे घटाओदे है ना सवाल किए ने वो तुहानू सारे समझ आ गए? बड़ा है छोटा है? हाँ, कई बच्चों ने बहुत वधिया वधिया काम करके दिखाया, उन्होंने मैं कि दिनी भी उन्होंने मैं सारिਆਂ ਨੂੰ वैरी 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 है ना वैरी वैरी गुड दे रही हैं। ठीक है बच्चों? ठीक है, तुसीं अपने आप भी गुड ले लो, ਜਿਹੜੇ ਮੈਨੂੰ रोज़ सारा वधिया वधिया काम करके दिखा रहे हैं। ਹੁਣ देखो बच्चे, ਤੁਹਾਨੂੰ मैं दस्सिया भी जिवें ਊੜਾ ਆੜਾ ਕੀ ਨੇ ਅੱਖਰ ਨੇ है ना, ਇਹਨੂੰ ਆਪਾਂ ਅੱਖਰ ਬੋਲਦੇ ਆ ਪੰਜਾਬੀ ਦੇ ਵਿੱਚ, ਇੰਗਲਿਸ਼ ਦੇ ਵਿੱਚ ਅਲਫਾਬੈਟ ਹੁੰਦੇ ਹੈ ਨਾ, ABC। ਇਸ ਤਰ੍ਹਾਂ ਹੀ ਤੁਹਾਨੂੰ ਪਤਾ ਵੀ ਜਿਹੜੇ 1 2 3 ਨੇ, 9 ਹੈ, 8 ਹੈ, 7 ਹੈ, ਸਾਰੇ ਕੀ ਨੇ? ਅੰਕ ਨੇ। ਇਹਨਾਂ ਅੰਕਾਂ ਤੋਂ ਆਪਾਂ ਬਹੁਤ ਕੁਝ ਕਰ ਸਕਦੇ ਹਾਂ। ਇਹਨਾਂ ਤੋਂ ਆਪਾਂ ਵੱਡੀਆਂ ਤੋਂ ਵੱਡੀਆਂ ਸੰਖਿਆਵਾਂ, ਛੋਟੀਆਂ ਤੋਂ ਛੋਟੀਆਂ ਸੰਖਿਆਵਾਂ, ਅੱਗੇ ਪਿੱਛੇ ਅੰਕ ਬਦਲ ਕੇ ਹੋਰ ਸੰਖਿਆਵਾਂ ਬਣਾ ਸਕਦੇ ਹਾਂ। ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਵੀ ਇੱਕ ਅੰਕ ਦੀ ਸਭ ਤੋਂ ਛੋਟੀ ਸੰਖਿਆ ਕਿਹੜੀ ਹੈ ਬੱਚਿਓ? 1 ਹੈ। ਕਿਉਂਕਿ ਜੇ ਆਪਾਂ 1 ਦੇ ਵਿੱਚ 1 ਹੋਰ ਜੋੜਤਾ ਤਾਂ ਕਿੰਨਾ ਬਣ ਜਾਏਗਾ? 2। ਫਿਰ ਵੱਡੀ ਹੋ ਗਈ 2 1 ਨਾਲੋਂ। ठीक है, ਜਦੋਂ ਤੱਕ ਇਹਦਾ ਮਤਲਬ ਕੀ ਹੈ ਸਭ ਤੋਂ ਛੋਟੀ ਸੰਖਿਆ 1 ਅੰਕ ਦੀ, ਕਿਉਂਕਿ ਇੱਥੇ ਗਿਣਤੀ 'ਚ 1 ਹੈ ਤੇ ਕੋਈ ਹੋਰ ਤਾਂ ਨਹੀਂ ਹੈਗਾ ਵੀ 1 2 1। ਠੀਕ ਹੈ ਨਾ? ਇਸ ਤਰ੍ਹਾਂ ਵਿੱਚ 2 ਅੰਕਾਂ ਦੀ ਵੱਡੀ ਤੋਂ ਛੋਟੀ ਸੰਖਿਆ ਕਿਹੜੀ ਹੈ? 10। ਕਿਉਂ? ਕਿਉਂਕਿ ਜੇ ਆਪਾਂ 11 ਲਿਖ ਦਈਏ ਤਾਂ 10 ਨਾਲ 1 ਵੱਧ ਗਿਆ 11। ਜੇ ਆਪਾਂ ਇਦੋਂ ਪਹਿਲਾਂ ਲਿਖ ਦਈਏ 10 ਤੋਂ ਪਹਿਲਾਂ ਤਾਂ 10 ਤੋਂ ਪਹਿਲਾਂ ਕੀ ਹੁੰਦੀ ਹੈ? 9। ਇੱਥੇ 1 ਅੰਕ ਹੈ ਇਕੱਲਾ। ਇਸ ਕਰਕੇ ਬੱਚਿਓ 2 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਕਿਹੜੀ ਹੋ ਗਈ? 10 ਹੋ ਗਈ। ਇਸ ਤਰ੍ਹਾਂ 3 ਅੰਕਾਂ ਦੀ ਛੋਟੀ ਛੋਟੀ ਸੰਖਿਆ ਕਿੰਨੀ ਹੋ ਗਈ ਬੱਚਿਓ? 100 ਹੋ ਗਈ। ਇੱਦਾਂ ਤੁਸੀਂ ਬਹੁਤ ਸਾਰੀ, ਜੇ 4 ਦੀ ਬੋਲਿਓ ਲਿਖਾਂਗੇ ਆਪਾਂ ਤਾਂ 1 ਦੇ ਨਾਲ ਆਪਾਂ 3 ਬਿੰਦੀਆਂ ਲਾ ਦਾਂਗੇ, ਜ਼ੀਰੋਆਂ ਲਗਾ ਦਾਂਗੇ। 5 ਦੀ ਕਰਾਂਗੇ ਬੱਚਿਓ 1 ਦੇ ਨਾਲ ਆਪਾਂ 1 2 3 4 1 2 3 4। ਠੀਕ ਹੈ, ਇਸ ਤਰ੍ਹਾਂ ਆਪਾਂ ਛੋਟੀ ਛੋਟੀ ਸੰਖਿਆ 1 ਦੇ ਨਾਲ ਜ਼ੀਰੋਆਂ ਲਾ ਕੇ ਬਣਾ ਸਕਦੇ ਹਾਂ, ਜਿੰਨੇ ਅੰਕਾਂ ਦੀ ਸਾਨੂੰ ਚਾਹੀਦੀ ਹੈ। ਹੁਣ ਦੇਖੋ ਉਸ ਤੋਂ ਬਾਅਦ ਕੀ ਹੈ ਬੱਚਿਓ? 1 ਅੰਕ ਦੀ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ? ਵੱਡੀ ਤੋਂ ਵੱਡੀ ਸੰਖਿਆ ਕੀ ਹੈ? 9 ਹੈ। ਕੀ ਹੈ? 9 ਵੱਡੀ ਤੋਂ ਵੱਡੀ ਸੰਖਿਆ। ਕਿਉਂ? ਕਿਉਂਕਿ 9 ਦੇ ਵਿੱਚ ਆਪਾਂ 1 ਜੋੜਦੇ ਹਾਂ ਤਾਂ 10 ਬਣ ਗਏ। ਅੰਕ ਕਿੰਨੇ ਹੋ ਗਏ? 2 ਹੋ ਗਏ। ਜੇ ਆਪਾਂ 9 ਦੇ ਵਿੱਚੋਂ ਬੱਚੇ 1 ਘਟਾ ਦਿੰਦੇ ਹਾਂ, ਕਿੰਨਾ? 1 ਮਾਈਨਸ ਕਰ ਦਿੰਦੇ ਹਾਂ ਤਾਂ ਕਿੰਨੇ ਹੋ ਜਾਂਦੇ ਨੇ? 8 ਹੋ ਜਾਂਦੇ ਨੇ, ਤਾਂ ਘਟ ਜਾਂਦੀ ਹੈ। ਇਸ ਕਰਕੇ 9 ਤੋਂ ਬਾਅਦ ਕੀ 2 ਅੰਕ ਸ਼ੁਰੂ ਹੋ ਜਾਣਗੇ ਤਾਂ ਵੱਡੀ ਤੋਂ ਵੱਡੀ ਸੰਖਿਆ ਕਿਹੜੀ ਹੈ ਬੱਚੇ? 9 ਹੈ। ਇਸ ਲਈ 2 ਅੰਕਾਂ ਦੀ 2 ਨਾਏ ਹੋ ਗਏ, 3 ਅੰਕਾਂ ਦੀ 3 ਨਾਏ ਹੋ ਗਏ, ਕਿਉਂਕਿ ਜੇ ਆਪਾਂ 3 9 ਦੇ ਵਿੱਚ 1 ਹੋਰ ਜੋੜਤਾ ਤਾਂ ਕੀ ਹੋ ਜਾਣਗੇ ਵੀ 9 ਤੇ 1 10, 9 ਤੇ 1 10, 9 ਤੇ 1 10। ਠੀਕ ਹੈ, ਇੱਦਾਂ ਇੱਦਾਂ ਇਹ ਵੱਧਦੇ ਜਾਣਗੇ। ਠੀਕ ਹੈ ਬੱਚਿਓ? ਤਾਂ ਇਸ ਕਰਕੇ ਕੀ ਹੈ ਵੀ ਵੱਡੀ ਤੋਂ ਵੱਡੀ ਸੰਖਿਆ ਕੀ ਹੁੰਦੀ ਹੈ? ਨਾਇਆਂ ਦੇ ਨਾਲ ਬਣਦੀ ਹੈ, ਅਤੇ ਛੋਟੀ ਤੋਂ ਛੋਟੀ ਸੰਖਿਆ ਕੀ ਹੈ? 1 ਦੇ ਨਾਲ, ਜ਼ੀਰੋਆਂ ਦੇ ਨਾਲ ਬਣਦੀ ਹੈ। ਇਹ ਮੈਂ ਤੁਹਾਨੂੰ ਪਹਿਲਾਂ ਵੀ ਕਰਵਾ ਚੁੱਕੀ ਅਤੇ ਤੁਹਾਨੂੰ ਦੁਬਾਰਾ ਕਰਵਾਇਆ। ਹੁਣ ਦੇਖੋ ਬੱਚੋ, ਅਗਲਾ ਸਵਾਲ ਹੈਗਾ ਹੈ ਦਿੱਤੇ ਅੰਕਾਂ ਤੋਂ। ਤਾਂ ਆਪਾਂ ਨੂੰ ਅੰਕ ਦਿੱਤੇ ਹੋਏ ਨੇ, ਦਿੱਤੇ ਅੰਕਾਂ ਤੋਂ 3 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ। ਹੁਣ ਆਪਣੇ ਕੋਲ ਕੀ ਅੰਕ ਹੈ? ਇੱਕ 7 ਹੈ, ਇੱਕ 3 ਹੈ, ਇੱਕ 5 ਹੈ। ਇਹ ਤੋਂ ਆਪਾਂ, ਕਿਉਂਕਿ ਪਤਾ ਹੀ ਆਪਾਂ ਨੂੰ 3 ਅੰਕਾਂ ਦੀ ਤਾਂ ਸੈਂਕੜਿਆਂ ਦੇ ਵਿੱਚ ਹੀ ਬਣੂਗੀ, 100 ਦੇ ਵਿੱਚ ਹੀ ਬਣੂਗੀ, ਹੈ ਨਾ। ਅਤੇ ਆਪਾਂ ਵੱਡੀ ਤੋਂ ਵੱਡੀ ਸੰਖਿਆ ਕੀ ਬਣਾ ਸਕਦੇ ਹਾਂ? ਜੇ ਭਲਾ ਮੈਂ ਇੱਦਾਂ ਲਿਖਦਾ ਬੱਚਿਓ, ਆ ਆਪਣੇ ਕੋਲ ਇੱਕ 7 ਹੈ, ਇੱਕ 3 ਹੈ, ਇੱਕ 5 ਹੈ। ਜੇ ਮੈਂ 3 ਮੂਹਰੇ ਲਗਾ ਦਾਂ, 5 ਇੱਥੇ ਲਗਾ ਦਾਂ ਤਾਂ ਕੀ ਬਣ ਗਈ? 357। ਪਰ ਜੇ ਮੈਂ 5 ਲਾ ਦਾਂ ਮੂਹਰੇ, 7 ਇੱਥੇ ਲਾ ਦਾਂ, 3 ਇੱਥੇ, ਤਾਂ ਕੀ ਬਣ ਗਈ? 573 ਬਣ ਗਈ ਬੱਚਿਓ। ਜੇ ਮੈਂ ਮੂਹਰੇ 5 ਲਾ ਦਾਂ ਤਾਂ ਮੂਹਰੇ ਪਿੱਛੇ 3 ਲਾ ਦਾਂ 7, ਤਾਂ ਕੀ ਬਣ ਗਈ? 537 ਬਣ ਗਈ। ਇਸ ਕਰਕੇ ਬੱਚਿਓ ਇਹ ਵੱਡੀ ਤੋਂ ਵੱਡੀ ਸੰਖਿਆ ਨਹੀਂ ਹੈ। ਵੱਡੀ ਤੋਂ ਵੱਡੀ ਸੰਖਿਆ ਕਿਵੇਂ ਬਣਦੀ ਹੈ? ਜਿਹੜਾ ਸਭ ਤੋਂ ਪਹਿਲਾਂ ਵੱਡਾ ਅੰਕ ਲਿਖ ਲਓ। ਵੱਡਾ ਅੰਕ ਕਿਹੜਾ? 7 ਹੈ। ਉਹਨੂੰ ਸਭ ਤੋਂ ਪਹਿਲਾਂ ਲਿਖ ਲਓ 7। 7 ਤੋਂ ਛੋਟਾ ਕਿਹੜਾ? 3 ਕਿ 5? 5, ਤਾਂ ਆਪਾਂ 5 ਲਿਖ ਲਿਆ ਬੱਚੇ। ਉਦੋਂ ਛੋਟਾ ਕਿਹੜਾ? 3। ਤਾਂ ਕੀ ਹੋ ਗਈ? ਇਹ 3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਹੋਊਗੀ, ਕਿਉਂਕਿ ਜੇ ਆਪਾਂ ਇੱਥੇ 3 ਮੂਹਰੇ ਲਿਖ ਦਾਂਗੇ ਤਾਂ ਕਿੰਨੀ ਬਣ ਗਈ? 735 ਬਣ ਗਈ। ਇਸ ਕਰਕੇ ਸਭ ਤੋਂ ਵੱਡੀ ਸੰਖਿਆ ਕੀ ਹੈ? 3 ਅੰਕਾਂ ਦੀ। 7 3 5 ਤੋਂ 735 ਬਣ ਗਈ। ਠੀਕ ਹੈ ਨਾ ਬੱਚਿਓ? 735 ਨਹੀਂ ਬਣੀ, ਗਲਤ ਲਿਖਦੀ ਹਾਂ ਮੈਂ, 753 ਬਣ ਗਈ। ਠੀਕ ਹੈ। ਉਸ ਤੋਂ ਬਾਅਦ ਦੇਖੋ ਬੱਚੋ, ਜੇ ਆਪਾਂ ਇਹਨਾਂ ਅੰਕਾਂ ਤੋਂ ਹੀ 7 3 5 ਤੋਂ ਛੋਟੀ ਬਣਾਈਏ, ਜੇ ਹੁਣ ਆਪਾਂ 7 ਮੂਹਰੇ ਲਿਖ ਦਿੰਦੇ ਹਾਂ ਤਾਂ 753 ਬਣ ਗਈ। ਜੇ ਆਪਾਂ 5 ਮੂਹਰੇ ਲਿਖ ਦਿੰਦੇ ਹਾਂ ਤਾਂ 537 ਬਣ ਗਈ। ਇਸ ਕਰਕੇ ਕੀ ਕਰਨੀ, ਜਦੋਂ ਆਪਾਂ ਛੋਟੀ ਬਣਾਉਣੀ ਹੈ ਤਾਂ ਸਭ ਤੋਂ ਪਹਿਲਾਂ ਛੋਟਾ ਅੰਕ ਲੈ ਲਓ। ਛੋਟਾ ਅੰਕ ਕਿਹੜਾ ਬੱਚੋ? ਇਹਨਾਂ ਦੇ ਵਿੱਚੋਂ ਛੋਟਾ ਹੈਗਾ 3।
ठीक है। 3 तो बाद की है फिर उदू छोटा मतलब 3 तो वड्डा किहड़ा 5, फिर किहड़ा बच्चों 7। तो इस करके ये बन गई 357। हुण तुहानूं पता लग गया जे छोटी बनाउणी होवे तो सब तो पहला छोटा अंक लगा दो, जे बड्डी बनाउणी है तो पहला मूहरे वड्डा अंक लगा दो, बड्डे तो छोटा किहड़ा उस तो बाद वो लगा दो, अगे वो लगा दो। ठीक है ना, ऐदां ये बड्डी ते छोटी संख्यावां बन जांदियां ने। इस तरह देखो बच्चों 2 4 8 तो बड्डी की बनाई सब तो बड़ा अंक किहड़ा 8, आप 8 लाता। 8 तो छोटा किहड़ा 4, आप 4 लगाता, फिर 2 लगाता, की बन गई 842। जे बच्चों ये आप छोटी बनानी होवे तो छोटा किहड़ा अंक है सब तो छोटा है 2 है। 2 तो बाद जे आप 8 ला दिए तो की बन गई बच्चों 284 बन गई। पर यह तो गलत है, जे आप 2 तो बाद 2 ला दिए, 2 तो बाद 4 ला दिए 8, तो कि बन गई बच्चों 248। तो यह 3 अंकों तो 248 संख्या बन गई। इस तरह बच्चों 9 6 7 है। ठीक है, सोनू दस्या भी वड्डी बनाने वास्ते सब तो बड़ा अंक मूहरे लगा दो, 9 लगाता। 9 तो छोटा किहड़ा 7 है, फिर 7 लगाता, फिर की गया 6, की बन गई बच्चों 976 बन गई। जे छोटी बनानी है तो सब तो पहला छोटा अंक ला दो, छोटा अंक किहड़ा 6 है, 6 तो बड़ा किहड़ा 7 है, 7 तो बड़ा किहड़ा 9 है, तो 679 बन गई। ठीक है, इस तरह बच्चों किहड़ी हो गई ये की है देखो 0 आ गई। हुण तुसीं 0 का कंसैप्ट देखो, जे आप मूहरे 0 ला दी तो 224 बन गई, जब 0 लगा दिए 242 बन गई। ये बच्चे बिल्कुल गलत हो गया, क्योंकि जे अगे 0 लगा दिए 0 की कोई अगे कीमत नहीं होंगी। ये तो कुल 2 अंक रह गए, 3 अंक तो रहे ही ना। इस करके आप 0 कदे भी अगे नहीं लगानी। तो सब तो पहला आप बड़ा अंक लिखो, किहड़ा बच्चों बड़ा अंक 4 है, 4 तो छोटा किहड़ा फिर 2 है, फिर की है 0 है। तो वड्डी संख्या किहड़ी होगी 420 होगी बच्चों। तो छोटी संख्या लगा पता 0 तो मूहरे लगाउणी नहीं अपने, तो 0 2 ते 4। ठीक है, ये होगी बच्चों छोटी तो छोटी संख्या 3 अंकों की 2 0 ते 4 तो। ठीक है, आ मैं तुहानूं काम पा रही हाँ जिमें 5 3 2, इस तरह ही की है बच्चों 3 7 1, तीसरा हैगा 4 8 5। ठीक है, चौथा है बच्चों 9 2 3। ये ने की ने ना 5 3 2 3 7 1 4 8 5 9 2 3। तुसीं इन्हां तो की करनी है मेरे वांग वड्डी संख्या ते बच्चों छोटी संख्या खुद बनानी है। तुहाडा हैगा ये वाला होमवर्क। ठीक है, अपना काम बहुत बेस करके की है। कई बच्चे तो इत्थे बैठे ने, कई बच्चे अगे निकल गए। आप उस करके पहला तुसीं ये सारा ये काम कर लेना है। जो तुहानूं ये काम बिल्कुल आ गया उदों बाद फिर तुसीं वीडियो चला के ये वाला काम करना है। एक दिन च सारा काम ना करो जे तुहानूं समझ नहीं आउंदा। ठीक है ना, अलग अलग काम कर ले। ठीक है, हुण देखो मैं एक तरह के होर सवाल करवा रही हाँ। हुण देखो बच्चों ਆਪਾਂ ਹੁਣ ਮੰਨ ਲਓ ਵੀ ਆਪਾਂ ਤੁਹਾਡੇ ਤੁਸੀਂ ਬਾਜ਼ਾਰ ਜਾ ਰਹੇ ਹੋ ਹੈ ਨਾ, ਤੁਸੀਂ ਬਾਜ਼ਾਰ ਜਾ ਰਹੇ ਹੋ ਤਾਂ ਤੁਹਾਡੀ ਮੰਮਾ ਘਰੋਂ ਪੈਸੇ ਲੈ ਗਏ। ਤੁਹਾਨੂੰ ਪਤਾ ਵੀ ਇਕੱਠੇ ਪੈਸੇ ਆਪਾਂ ਨਹੀਂ ਪਾਉਣੇ ਹੁੰਦੇ, ਕਿਉਂਕਿ ਬੱਸ ਦੇ ਵਿੱਚ ਜਾਂ ਰਿਕਸ਼ਾ ਦੇ ਵਿੱਚ ਜਾਂ ਤੁਰਨ ਲੱਗੇ ਕੋਈ ਵੀ ਪੈਸੇ ਆਪਣੇ ਚੋਰੀ ਕਰ ਸਕਦਾ, ਆਪਣੀ ਜੇਬ ਕੱਢ ਸਕਦੀ ਹੈ। ਤਾਂ ਕੀ ਕਰਨਾ ਹੁੰਦਾ ਬੱਚਿਓ, ਜੇ ਘਰੋਂ ਆਪਾਂ ਪੈਸੇ ਲੈ ਕੇ ਜਾਣਾ ਉਹਨੂੰ ਅਲੱਗ-ਅਲੱਗ ਪਾਓ ਤਾਂ ਕਿ ਸਾਡਾ ਜ਼ਿਆਦਾ ਨੁਕਸਾਨ ਨਾ ਹੋਵੇ। ਹੁਣ ਮੰਨ ਲਓ ਤੁਹਾਡੇ ਮੰਮੀ ਤੁਹਾਡੇ ਵਾਸਤੇ ਸੋਹਣਾ ਜਿਹਾ ਸੂਟ ਲੈਣ ਜਾ ਰਹੇ ਨੇ ਵਿੱਚ, ਹੈ ਨਾ। ਉਹ ਕੀ ਕਰਦੇ ਨੇ ਵੀ ਉਹ ਬੱਸ ਤੇ ਜਾ ਰਹੇ ਨੇ, ਉਹ ਪਟੇ ਨਾ ਬੱਚਿਓ, ਤਾਂ ਕੀ ਕਰਦੇ ਨੇ ਇੱਕ ਦਾ ਪਰਸ ਦੀ ਜੇਬ ਦੇ ਵਿੱਚ ਉਹ 35 ਰੁਪਏ ਪਾ ਲੈਂਦੇ ਨੇ, ਇੱਕ 'ਚ ਉਹ 30 ਰੁਪਏ ਪਾ ਲੈਂਦੇ ਨੇ ਬੱਚਿਓ, ਇੱਕ 'ਚ ਉਹ 842 ਰੁਪਏ ਪਾ ਲੈਂਦੇ ਨੇ। ਜੇ ਮੈਂ ਤੁਹਾਨੂੰ ਪੁੱਛਾਂ ਵੀ ਤੁਹਾਡੀ ਮੰਮਾ ਕੋਲੇ ਕਿੰਨੇ ਰੁਪਏ ਨੇ ਕੁੱਲ, ਤਾਂ ਕੀ ਕਰਾਂਗੇ ਬੱਚਿਓ, ਪਹਿਲਾਂ ਆਪਾਂ ਇਹਨਾਂ ਦੋਨਾਂ ਨੂੰ ਜੋੜ ਲਾਂਗੇ। ਠੀਕ ਹੈ, ਤੁਹਾਨੂੰ ਪਤਾ ਹੈ 30 ਤੇ 35 ਨੂੰ ਜੋੜ ਲਓ, ਕਿੰਨੇ ਬਚ ਗਏ ਬੱਚਿਓ 5 3 ਤੇ 3 6 65 ਰੁਪਏ ਇਹ ਹੋ ਗਏ ਇੱਕ ਜੇਬ ਦੇ ਵਿੱਚ, 842 ਦੂਸਰੀ ਜੇਬ ਦੇ ਵਿੱਚ ਨੇ। ਤਾਂ ਆਪਾਂ ਸਾਰੇ ਜੋੜ ਲਏ 842 ਭਾਵ 65 ਰੁਪਏ ਜੋੜ ਲਏ, 5 ਤੇ 2 7 6 ਤੇ 4 10 ਹਾਸਲ ਆ ਗਿਆ 1। ਤਾਂ ਤੁਹਾਡੇ ਮੰਮਾ ਕੋਲ ਕਿੰਨੇ ਰੁਪਏ ਲੈ ਗਏ ਨੇ ਘਰੋਂ 902 ਰੁਪਏ। ਇਹ ਤਾਂ ਹੋ ਗਏ ਵੱਡੇ ਬੱਚਿਆਂ ਲਈ। ਹੁਣ ਆਪਾਂ ਛੋਟੇ ਬੱਚਿਆਂ ਲਈ ਲਗਾਓ ਜਿਹਨੂੰ ਸਮਝ ਨਹੀਂ ਹੈਗੀ। ਮੰਨ ਲਓ ਵੀ ਜਮਾਤ ਵਿੱਚ 6 ਚਾਰਟ ਲੱਗੇ ਹੋਏ ਨੇ, ਕਿੰਨੇ ਲੱਗੇ ਹੋਏ ਨੇ, ਚਾਰਟ ਲਗਾਏ ਨੇ ਬੱਚਿਆਂ ਨੇ ਸੋਹਣੇ ਸੋਹਣੇ ਫੁੱਲ ਬਣਾ ਕੇ, ਤੇ 5 ਚਾਰਟ ਹੋਰ ਲਗਾਤੇ ਬੱਚਿਓ। ਤਾਂ ਕੁੱਲ ਕਿੰਨੇ ਚਾਰਟ ਹੋ ਗਏ। ਜਿੱਥੇ ਕੁੱਲ ਸ਼ਬਦ ਆ ਜੇ ਤਾਂ ਉੱਥੇ ਅਸੀਂ ਕੀ ਕਰਾਂਗੇ, ਸਵਾਲ ਦਾ ਜੋੜ ਕਰਾਂਗੇ, ਘਟਾਓ ਕਰਾਂਗੇ, ਗੁਣਾ ਕਰਾਂਗੇ ਜਾਂ ਭਾਗ ਕਰਾਂਗੇ। ਬੱਚਿਓ ਜਿੱਥੇ ਕੁੱਲ ਆ ਜੇ ਵੀ ਕੁੱਲ ਕਿੰਨੇ ਹੋ ਗਏ ਉੱਥੇ ਆਪਾਂ ਬੱਚਿਓ ਜੋੜ ਕਰਾਂਗੇ। ਆਪਾਂ 6 ਨੂੰ
ਤੇ 5 ਨੂੰ ਜੋੜ ਲਾਂਗੇ। 6 ਤੇ 5 ਕਿੰਨੇ ਹੋਣਗੇ 11। ਤਾਂ ਬੱਚੋ ਕਿੰਨੇ ਹੋਣਗੇ ਕਲਾਸ ਦੇ ਵਿੱਚ ਚਾਰਟ ਕਿੰਨੇ ਹੋ ਜਾਣਗੇ 11। ਪਤਾ ਲੱਗਿਆ ਨਾ ਕਿਵੇਂ ਲਿਖਾਂਗੇ ਆਪਾਂ ਲਿਖਾਂਗੇ ਪਹਿਲਾ ਚਾਰਟ ਲੱਗੇ ਨੇ ਕਿੰਨੇ, ਪਹਿਲਾ ਚਾਰਟ ਕਿੰਨੇ ਨੇ ਬੱਚੋ, ਪਹਿਲਾ ਚਾਰਟ ਕਿੰਨੇ ਨੇ ਕਲਾਸ ਦੇ ਵਿੱਚ, ਪਹਿਲਾ ਚਾਰਟ ਹੈਗੇ ਨੇ ਬੱਚੋ ਕਿੰਨੇ ਨੇ, ਪਹਿਲਾ ਹੈਗੇ ਨੇ ਬੱਚੋ 6। ਹੋਰ ਲਗਾਤੇ ਕਿੰਨੇ, ਹੋਰ ਲਗਾਤੇ ਚਾਰਟ, ਹੋਰ ਲਗਾ ਦਿੱਤੇ ਬੱਚੋ ਕਿੰਨੇ ਲਗਾ ਦਿੱਤੇ, ਹੋਰ ਲਗਾ ਦਿੱਤੇ 5। ਤਾਂ ਕੁੱਲ ਕਿੰਨੇ ਹੋ ਗਏ 6 ਲੈਣਾ ਮਾਰ ਲਿਆ 5 ਲੈਣਾ ਮਾਰ ਲਿਆ, ਕਿੰਨੇ ਬਣ ਗਏ ਬੱਚੋ 11। ਹੁਣ ਤਾਂ ਤੁਸੀਂ ਇਹ ਸਾਰੇ ਸਵਾਲ ਇੱਦਾਂ ਕਰਨੇ ਨੇ ਕਿਉਂਕਿ ਹੁਣ ਤੁਸੀਂ ਵੱਡੇ ਹੋ ਗਏ। ਹੁਣ ਅਗਲਾ ਕੁਐਸਚਨ ਦੇਖੋ ਬੱਚੋ, ਰਾਧਾ ਕੋਲ 7 ਰੁਪਏ ਸਨ। ਕਿੰਨੇ ਕੋਲ ਸਨ ਰਾਧਾ ਕੋਲ ਪਹਿਲਾਂ ਰੁਪਈਏ, ਰਾਧਾ ਕੋਲ ਕਿੰਨੇ ਰੁਪਏ ਸਨ ਬੱਚਿਓ, ਕਿੰਨੇ ਸੀ ਰਾਧਾ ਕੋਲੇ 7 ਰੁਪਈਏ। ਉਸਦੀ ਮੰਮਾ ਨੇ ਉਹਨੂੰ 8 ਰੁਪਏ ਹੋਰ ਦੇ ਦਿੱਤੇ। ਕਿੰਨੇ ਦੇਤੇ ਮੰਮਾ ਨੇ ਵੀ, ਮੰਮੀ ਨੇ ਕਿੰਨੇ ਦੇਤੇ 8 ਰੁਪਈਏ। ਤਾਂ ਦੇਖੀਏ ਵੀ ਕੁੱਲ ਕਿੰਨੇ ਰੁਪਏ ਹੋ ਗਏ। ਤਾਂ ਆਪਾਂ ਜੋੜ ਲਾਂਗੇ 7 ਤੇ 8 ਕਿੰਨੇ ਹੋਣਗੇ ਬੱਚੇ 15 ਹੁੰਦੇ ਨੇ। ਠੀਕ ਹੈ, ਜਿੱਥੇ ਆ ਜੇ ਵੀ ਕੁੱਲ ਕਿੰਨੇ ਰੁਪਏ ਹੋ ਗਏ ਉਹਦੇ ਕੋਲੇ, ਠੀਕ ਹੈ ਨਾ, ਕੁੱਲ ਕਿੰਨੀਆਂ ਚੀਜ਼ਾਂ ਹੋ ਗਈਆਂ, ਇੰਨੀਆਂ ਹੋਰ ਆ ਗਈਆਂ। ਤਾਂ ਉਹੋ ਜਿਹੇ ਸਵਾਲਾਂ ਦੇ ਵਿੱਚੋਂ ਆਪਾਂ ਜੋੜ ਕਰਦੇ ਹਾਂ। ਦੇਖੋ ਜਿਵੇਂ ਲਾ ਲਓ ਤੀਸਰਾ ਸਵਾਲ, ਇੱਕ ਰੁੱਖ ਤੇ 9 ਪੰਛੀ ਬੈਠੇ ਸਨ, 5 ਪੰਛੀ ਹੋਰ ਆ ਗਏ। ਤਾਂ ਕੀ ਕਰਾਂਗੇ ਆਪਾਂ ਸਾਰਿਆਂ ਨੂੰ 9 ਤੇ 5 ਨੂੰ ਇਕੱਠਿਆਂ ਨੂੰ ਐਂ ਕਰਕੇ ਜੋੜ ਲਾਂਗੇ ਬੱਚੋ। ਜੋੜ ਕੇ ਕਿੰਨੇ ਹੋ ਜਾਣਗੇ 9 ਤੇ 5 14, ਕਿੰਨੇ ਹੋ ਜਾਣਗੇ 14। ਬੱਚੇ ਕਿੰਨੇ ਪੰਛੀ ਹੋ ਗਏ ਬੱਚੋ, ਇੱਕ ਪਹਿਲਾਂ 9 ਬੈਠੇ ਸੀ 5 ਹੋਰ ਆ ਗਏ। ਤਾਂ ਆਪਾਂ ਲੈਣਾ ਮਾਰ ਲਾਂਗੇ। ਹੁਣ ਇੰਨਾ ਕੁ ਜੋੜ ਤੁਹਾਨੂੰ ਆਉਣ ਲੱਗ ਗਿਆ। 9 ਤੇ 5 ਕਿੰਨੇ ਹੁੰਦੇ ਨੇ 14 ਪੰਛੀ। ਆਪਾਂ ਲਿਖਾਂਗੇ ਪਹਿਲਾਂ ਪੰਛੀ ਬੈਠੇ ਸਨ, ਠੀਕ ਹੈ, ਹੋਰ ਪੰਛੀ ਆ ਗਏ। ਐ ਲਿਖ ਕੇ ਆਪਾਂ ਬੱਚੋ ਕੁਐਸਚਨ ਕੱਢ ਲਾਂਗੇ, ਸਵਾਲ ਕੱਢ ਲਾਂਗੇ। ਠੀਕ ਹੈ, ਅਗਲਾ ਚੌਥਾ ਕੁਐਸਚਨ ਦੇਖੋ, ਕਮਰੇ ਵਿੱਚ 4 ਬੱਲਬ ਸਨ। ਕਿੰਨੇ ਸਨ ਬੱਚੋ ਪਹਿਲਾਂ ਬੱਲਬ, ਕਿੰਨੇ ਬੱਲਬ ਸੀ ਆਪਣੇ ਕਮਰੇ ਵਿੱਚ, ਸਕੂਲ ਦੇ ਵਿੱਚ ਬੱਲਬ ਸਨ ਕਿੰਨੇ ਬੱਚੋ, ਬੱਲਬ ਸਨ ਆਪਣੇ ਕੋਲੇ 4। ਹੁਣ ਦੇਖੋ ਵੀ ਤੇ ਉਹਦੇ ਵਿੱਚੋਂ 2 ਖਰਾਬ ਹੋ ਗਏ। ਹੁਣ ਕੀ ਬੱਚੋ ਘਟ ਗਏ, ਜਿੱਥੇ ਘਟ ਜਾਣ ਤਾਂ ਉੱਥੇ ਕੀ ਕਰਦੇ ਆਪਾਂ, ਉੱਥੇ ਆਪਾਂ ਬੱਚਿਓ, ਹਾਂ ਬੱਚਿਓ ਦੇਖੋ ਹੁਣ ਇੱਥੇ ਕੀ ਆ ਕੁਐਸਚਨ ਵਿੱਚ ਧਿਆਨ ਨਾਲ ਸੁਣੋ। ਕਮਰੇ ਵਿੱਚ 4 ਬੱਲਬ ਸਨ ਪਰ 2 ਖਰਾਬ ਹੋ ਗਏ। ਦੇਖੋ 4 ਬੱਲਬ ਸਨ ਵਿੱਚੋਂ 2 ਖਰਾਬ ਹੋ ਗਏ। ਤਾਂ ਬਾਕੀ ਕਿੰਨੇ ਰਹਿ ਗਏ, ਜਿੱਥੋਂ ਬੱਚੇ ਬਾਕੀ ਹੋਵੇ ਘਟ ਗਏ ਨਾ। ਹੁਣ ਪਹਿਲਾਂ 4 ਸੀ, 4 ਚੋਂ 2 ਖਰਾਬ ਹੋ ਗਏ। ਤਾਂ ਬਾਕੀ ਕਿੰਨੇ ਰਹਿ ਗਏ, ਆਪਾਂ 4 ਦੇ ਵਿੱਚੋਂ ਕੀ ਕਰਾਂਗੇ ਬੱਚੋ 2 ਨੂੰ ਘਟਾ ਦਾਂਗੇ। ਤਾਂ ਬਾਕੀ ਕਿੰਨੇ ਰਹਿ ਗਏ 2। ਜਿੱਥੇ ਬਾਕੀ ਪੁੱਛਿਆ ਜਾਵੇ ਉੱਥੇ ਆਪਾਂ ਕੀ ਕਰਦੇ ਹਾਂ ਘਟਾਓ ਕਰਦੇ ਹਾਂ। ਜਿਵੇਂ ਮੰਨ ਲਓ ਕਿ ਮੇਰੇ ਕੋਲ 10 ਟੌਫੀਆਂ ਸੀ, ਮੈਂ ਇਹਦੇ ਵਿੱਚੋਂ 4 ਟੌਫੀਆਂ ਖਾ ਲਈਆਂ। ਤਾਂ ਆਪਾਂ ਕੀ ਕਰਾਂਗੇ ਪਹਿਲਾਂ 10 ਲੈਣਾ ਮਾਰ ਦਾਂਗੇ, 10 ਚੋਂ ਆਪਾਂ 4 ਕੱਢ ਦਾਂਗੇ, ਕਿੰਨੀਆਂ ਰਹਿ ਜਾਣਗੀਆਂ ਬੱਚਿਓ 6। ਜੇ ਮੇਰੀਆਂ 10 ਉਂਗਲਾਂ ਨੇ, 10 ਟੌਫੀਆਂ ਸੀ, ਇਹ 'ਚੋਂ 4 ਮੈਂ ਖਾ ਲਈਆਂ, ਕਿੰਨੀਆਂ ਰਹਿ ਗਈਆਂ ਗਿਣ ਕੇ ਦੇਖੋ 1 2 3 4 5 6। ਕਿੰਨੀਆਂ ਰਹਿ ਗਈਆਂ ਬੱਚਿਓ 6 ਟੌਫੀਆਂ ਰਹਿ ਗਈਆਂ। ਠੀਕ ਹੈ, ਜਿੱਥੇ ਬਾਕੀ ਪੁੱਛ ਜੇ ਬਾਕੀ ਆ ਜਾਏ ਉੱਥੇ ਆਪਾਂ ਘਟਾਓ ਕਰਦੇ ਹੁੰਦੇ ਹਾਂ। ਇਸ ਤਰ੍ਹਾਂ ਦੇਖੋ ਮੇਰੀ ਜੇਬ ਵਿੱਚ 10 ਰੁਪਏ ਸਨ। ਕਿੰਨੇ ਜੇਬ 'ਚ ਬੱਚੇ 10 ਰੁਪਏ, ਉਹ 'ਚੋਂ ਮੈਂ 6 ਰੁਪਏ ਖਰਚ ਕਰ ਦਿੱਤੇ। ਆਪਾਂ ਨੂੰ ਪਤਾ ਵੀ ਘਟ ਗਏ ਆਪਣੇ ਕੋਲ ਰੁਪਈਏ। ਤਾਂ ਆਪਾਂ ਕੀ ਕਰਾਂਗੇ ਇੱਥੇ ਘਟਾਓ ਕਰਾਂਗੇ। ਤੁਸੀਂ ਆਪਣੇ ਆਪ ਕਰਨਾ ਇਹ ਵਾਲਾ ਸਵਾਲ। ਹੁਣ ਦੇਖੋ ਬੱਚਿਓ ਆਪਾਂ ਬੱਸ 'ਚ ਜਾ ਰਹੇ ਹਾਂ। ਬੱਸ 'ਚ ਪਹਿਲਾਂ 35 ਬੰਦੇ ਬੈਠੇ ਸੀ ਬੱਸ ਦੇ ਵਿੱਚ। ਬੱਸ ਦੇ ਵਿੱਚ ਯਾਤਰੀ ਹੁੰਦੇ ਨੇ ਬੱਚੇ ਜਿਹੜੇ ਬੱਸ 'ਚ ਸਫ਼ਰ ਕਰਦੇ ਨੇ, ਉਹਨੂੰ ਮੁਸਾਫਰ ਵੀ ਬੋਲਦੇ ਨੇ। ਤਾਂ ਬੱਸ ਦੇ ਵਿੱਚ ਪਹਿਲਾਂ ਕਿੰਨੇ ਯਾਤਰੀ ਬੈਠੇ ਸਨ ਬੱਚਿਓ, ਬੱਸ ਵਿੱਚ ਯਾਤਰੀ ਸਨ ਪਹਿਲਾਂ, ਬੱਸ ਵਿੱਚ ਯਾਤਰੀ ਸਨ ਕਿੰਨੇ ਬੱਚਿਓ, ਬੱਸ ਵਿੱਚ ਯਾਤਰੀ ਸਨ ਪਹਿਲਾਂ 35 ਯਾਤਰੀ ਆ ਗਏ ਬੱਚਿਓ। ਹੋਰ ਯਾਤਰੀ ਕਿੰਨੇ ਆ ਗਏ ਵਿੱਚ, ਹੋਰ ਯਾਤਰੀ ਕਿੰਨੇ ਆ ਗਏ ਬੱਚਿਓ, ਹੋਰ ਆ ਕੇ ਬੈਠ ਗਏ ਵਿੱਚ 24। ਜੇ ਮੈਂ ਤੁਹਾਨੂੰ ਪੁੱਛਾਂ ਵੀ ਕੁੱਲ ਕਿੰਨੇ ਹੋ ਗਏ, ਦੇਖੋ ਉੱਤਰੇ ਤਾਂ ਨਹੀਂ ਹਜੇ, ਵਿੱਚ ਹੋਰ ਆ ਗਏ। ਜਦੋਂ ਵਿੱਚ ਹੋਰ ਆ ਜਾਣ ਤਾਂ ਆਪਾਂ ਕੀ ਕਰਦੇ ਹਾਂ ਵਿੱਚ ਜੋੜ ਕਰਦੇ ਹਾਂ। ਤਾਂ ਆਪਾਂ 5 ਤੇ 4 ਨੂੰ ਜੋੜ ਲਾਂਗੇ 9 ਹੋ ਜਾਣਗੇ, 3 ਤੇ 2 ਹੋ ਜਾਣਗੇ 5। ਤਾਂ ਕਿੰਨੇ ਕੁੱਲ ਯਾਤਰੀ ਕਿੰਨੇ ਹੋ ਗਏ ਬੱਚਿਓ, ਕੁੱਲ ਯਾਤਰੀ ਹੋ ਗਏ 59। ਕਿੰਨੇ ਹੋ ਗਏ 50 9 59। ਠੀਕ ਹੈ, ਹੁਣ ਦੇਖੋ ਵੀ ਉਹੀ ਸਵਾਲ ਦੁਬਾਰਾ ਦੇਖੋ। ਬੱਸ ਵਿੱਚ 35 ਯਾਤਰੀ ਸਨ। ਕਿੰਨੇ ਸਨ ਬੱਚੋ ਬੱਸ ਵਿੱਚ ਯਾਤਰੀ ਕਿੰਨੇ ਸਨ 35 ਸੀ। ਉਹਦੇ ਵਿੱਚੋਂ ਬੱਚੇ ਕੀ ਹੋ ਗਿਆ, ਬੱਸ ਸਟੈਂਡ ਆਇਆ, ਆਪਣੇ ਆਪਣੇ ਘਰਾਂ ਨੂੰ ਜਾਣ ਵਾਸਤੇ ਉਹਦੇ ਵਿੱਚੋਂ ਉਤਰ ਗਏ ਕਿੰਨੇ ਉਤਰ ਗਏ ਬੱਚੋ, ਉਤਰ ਗਏ 24। ਤਾਂ ਕੀ ਕਰੀਏ ਆਪਾਂ ਜੋੜ ਕਰੀਏ ਕਿ ਘਟਾਓ ਕਰੀਏ, ਕਿਉਂਕਿ ਬੱਸ ਚੋਂ ਬਾਹਰ ਨਿਕਲ ਗਏ, ਉਹ ਉਤਰ ਗਏ, ਘਟ ਗਏ ਨਾ। ਤਾਂ ਆਪਾਂ ਕੀ ਕਰਾਂਗੇ ਇੱਥੇ ਆਪਾਂ ਕਰਾਂਗੇ ਘਟਾਓ। 5 ਚੋਂ 4 ਕੱਢਾਂਗੇ ਬੱਚੋ 1, 3 ਚੋਂ 2 ਕੱਢੇ 1। ਤਾਂ ਬੱਸ 'ਚ ਕੁੱਲ ਕਿੰਨੇ ਯਾਤਰੀ ਰਹਿ ਗਏ ਪਿੱਛੇ 11 ਰਹਿ ਗਏ। ਠੀਕ ਹੈ,
ਇਹ ਵਾਲੇ ਸਵਾਲ ਤੁਸੀਂ ਨੇ ਸੋਹਣੇ ਸੋਹਣੇ ਕਾਪੀ ਤੇ ਕਰਨੇ ਨੇ। ਜਦੋਂ ਤੁਹਾਨੂੰ ਪਹਿਲਾਂ ਉਹ ਸਮਝ ਆ ਗਏ ਫਿਰ ਤੁਸੀਂ ਇਹ ਕਰਨੇ ਨੇ, ਠੀਕ ਹੈ। ਇਹ ਤੁਹਾਡਾ ਸਾਰਾ ਕੀ ਹੈ ਕੰਮ ਮੈਂ ਤੁਹਾਨੂੰ ਕਰਵਾਤਾ। ਤੇ ਇਸ ਤੋਂ ਬਾਅਦ ਤੁਸੀਂ ਜਿਹੜਾ ਘਰ ਦਾ ਕੰਮ ਹੈ ਤੁਹਾਡਾ ਹੋਮਵਰਕ ਹੈ, ਤੁਸੀਂ ਪ੍ਰੈਕਟਿਸ ਦੇ ਤੌਰ ਤੇ ਬੱਚਿਓ ਇਹ ਵਾਲਾ ਕੰਮ ਕਰਨਾ ਹੈ। ਹੁਣ ਤੁਸੀਂ ਇਹ ਆਪਦੇ ਆਪ ਸੋਚਣਾ ਵੀ ਇਹ ਜੋੜ ਹੈ ਕਿ ਘਟਾਓ ਹੈ। ਹੋਮਵਰਕ ਕੀ ਹੈ ਵੀ ਇੱਕ ਰੁੱਖ ਉੱਤੇ 6 ਪੰਛੀ ਬੈਠੇ ਸਨ, ਉਸ ਉੱਤੇ 8 ਪੰਛੀ ਹੋਰ ਆ ਕੇ ਬੈਠ ਗਏ ਤਾਂ ਕੀ ਆ ਗਿਆ ਬੱਚੇ ਤੇ ਕੁੱਲ ਕਿੰਨੇ। ਕੁੱਲ ਕਿੰਨੇ ਦਾ ਮਤਲਬ ਕੀ ਹੁੰਦਾ, ਭਾਵ ਜੋੜ ਕਰਾਂਗੇ ਆਪਾਂ। ਤਾਂ ਪਹਿਲਾਂ ਪੰਛੀ ਬੈਠੇ ਸਨ 6, ਹੋਰ ਪੰਛੀ ਆ ਗਏ 8, ਕੁੱਲ ਕਿੰਨੇ ਬਣ ਗਏ ਤਾਂ ਕੀ ਕਰਾਂਗੇ ਆਪਾਂ ਜੋੜ ਕਰਾਂਗੇ। ਤੁਸੀਂ ਆਪਣੇ ਆਪ ਕਰ ਲੈਣਾ ਬੱਚਿਓ। ਇਹ ਅੱਗੇ ਰਾਜੂ ਕੋਲੇ 5 ਟੌਫੀਆਂ ਸਨ, ਉਸਨੇ 5 ਟੌਫੀਆਂ ਹੋਰ ਲੈ ਲਈਆਂ। ਪਹਿਲਾਂ ਉਹਦੇ ਕੋਲ ਬੱਚੇ 5 ਸੀ, 5 ਉਹ ਦੁਕਾਨ ਤੋਂ ਹੋਰ ਲਿਆਇਆ। ਕੁੱਲ ਕਿੰਨੀਆਂ ਬਣ ਗਈਆਂ ਤਾਂ ਕੀ ਕਰਾਂਗੇ ਆਪਾਂ ਇੱਥੇ ਵੀ ਇਹਨਾਂ ਦਾ ਜੋੜ ਕਰ ਲਾਂਗੇ, ਹਨਾ। ਅੱਗੇ ਸੁੱਖੇ ਨੇ 120 ਰੁਪਏ ਦਾ ਗੁਲਦਸਤਾ ਖਰੀਦਿਆ, ਫੁੱਲ ਖਰੀਦੇ। 325 ਰੁਪਏ ਦੀ ਮੇਲੇ ਗਿਆ ਸੀ ਸੁੱਖਾ, ਉਹਨੇ 120 ਰੁਪਏ ਦਾ ਫੁੱਲਾਂ ਦਾ ਗੁਲਦਸਤਾ ਲੈ ਲਿਆ, ਮੈਂ ਆਪਣੇ ਮੰਮਾ ਵਾਸਤੇ ਘਰੇ ਲੈ ਕੇ ਜਾਵਾਂਗਾ। ਤੇ ਉਸਨੇ ਆਪਦੇ ਵਾਸਤੇ 325 ਰੁਪਏ ਦੀ ਗੱਡੀ ਲੈ ਲਈ। ਜੇ ਹੁਣ ਦੇਖੀਏ ਵੀ ਉਹਨੇ ਕੁੱਲ ਕਿੰਨੇ ਰੁਪਏ ਖਰਚ ਕਰਤੇ, ਕੀ ਕਰੀਏ ਜੋੜ ਕਰੀਏ ਘਟਾਓ ਜਾਂ ਗੁਣਾ। ਬੱਚੇ ਆਪਾਂ ਇੱਥੇ ਜੋੜ ਕਰਾਂਗੇ। ਇੱਕ ਭਾਈ ਨੂੰ ਉਹਨੇ 120 ਰੁਪਏ ਦੇਤੇ, ਦੂਸਰੇ ਦੁਕਾਨਦਾਰ ਨੂੰ ਉਹਨੇ ਦੇਤੇ 325 ਰੁਪਏ। ਤਾਂ ਆਪਾਂ ਕੁੱਲ ਜੋੜ ਲਾਂਗੇ, ਹੈ ਨਾ, ਜੇ ਕਿੰਨੇ ਰੁਪਏ ਖਰਚ ਹੋ ਗਏ ਤੁਸੀਂ ਦੱਸਣਾ ਹੈ। ਹੁਣ ਦੇਖੋ ਪੂਜਾ ਦੀ ਗੁੱਲਕ ਵਿੱਚੋਂ 525 ਰੁਪਏ ਸਨ, ਕਿੰਨੇ ਰੁਪਏ ਸਨ। ਪੂਜਾ ਤਾਂ ਬੜੀ ਸਿਆਣੀ ਹੈ, ਕਿੰਨੇ ਰੁਪਏ ਲਈ ਬੈਠੀ ਹੈ ਮੇਰੇ ਨਾਲੋਂ ਜ਼ਿਆਦਾ, 525 ਰੁਪਏ। ਉਹਨੇ ਕੀ ਹੈ ਬੱਚੋ 322 ਰੁਪਏ ਹੋਰ ਪਾ ਦਿੱਤੇ, ਨਾਨਕੇ ਗਏ ਸੀ ਉੱਥੋਂ ਲਿਆਈ ਨਾਨੀ ਕੋਲੋਂ, ਹੈ ਨਾ। ਤਾਂ ਕੁੱਲ ਕਿੰਨੇ ਰੁਪਏ ਹੋ ਗਏ ਉਹਦੇ ਕੋਲੇ। ਤਾਂ ਕੀ ਕਰਾਂਗੇ ਬੱਚੋ ਆਪਾਂ 525 ਦੇ ਵਿੱਚ ਆਪਾਂ ਕੀ ਕਰਾਂਗੇ 322 ਨੂੰ ਜੋੜ ਦਾਂਗੇ, ਹੈ ਨਾ। ਅੱਗੇ ਦੇਖੋ ਰਾਜੂ ਕੋਲ 31 ਟੌਫੀਆਂ ਸਨ, ਠੀਕ ਹੈ। ਰਾਸੂ ਪਾਰਕ ਹੈ, ਮੈਂ ਹੈ ਨਾ ਗਲਤ ਪਾਤਾ, ਰਾਜੂ ਪਾਵਾਂਗੇ ਇੱਥੇ ਆਪਾਂ, ਹੈ ਨਾ। ਤੇ ਤੁਸੀਂ ਆਪਣਾ ਕੋਈ ਵੀ ਨਾਮ ਪਾ ਸਕਦੇ ਹੋ। ਰਾਜੂ ਕੋਲ ਕਿੰਨੀਆਂ ਟੌਫੀਆਂ ਸਨ, 31 ਸਨ, ਉਸਨੇ 25 ਖਾ ਲਈਆਂ ਨੇ ਵਿੱਚੋਂ ਕੱਢ ਲਈਆਂ। ਤਾਂ ਕੀ ਸਵਾਲ ਬਣ ਗਿਆ, ਘਟਾਓ ਹੋ ਗਏ ਇਹ। ਬਾਕੀ ਕਿੰਨੀਆਂ ਰਹਿ ਗਈਆਂ, ਤੁਸੀਂ ਘਟਾਓ ਦਾ ਸਵਾਲ ਕਰ ਦੋਗੇ। ਰਾਜੂ ਕੋਲ ਟੌਫੀਆਂ ਸਨ 31, ਖਾ ਲਈਆਂ 25, ਬਾਕੀ ਕਿੰਨੀਆਂ ਰਹਿ ਗਈਆਂ, ਠੀਕ ਹੈ। ਅਗਲਾ ਕੁਐਸਚਨ ਦੇਖੋ, ਟੋਕਰੀ ਵਿੱਚ 45 ਸੇਬ ਸਨ, ਕਿੰਨੇ ਸੇਬ ਸਨ ਬੱਚੋ 45, ਵਿੱਚੋਂ 22 ਖਰਾਬ ਹੋ ਗਏ, ਕਿੰਨੇ ਰਹਿ ਗਏ। ਫਿਰ ਕੀ ਕਰਾਂਗੇ ਆਪਾਂ ਘਟਾਓ ਕਰਾਂਗੇ, 45 ਚੋਂ 22 ਘਟਾ ਦਾਂਗੇ। ਅੱਗੇ ਦੇਖੋ ਬੱਚੋ, ਜੇਕਰ 325 ਰੁਪਏ ਵਿੱਚ ਅਸੀਂ 292 ਰੁਪਏ ਖਰਚ ਕਰ ਦਿੱਤੇ, ਸਾਡੇ ਕੋਲ 325 ਰੁਪਏ ਸੀ, ਅਸੀਂ ਗਏ ਬਾਜ਼ਾਰ 292 ਦੀ ਅਸੀਂ ਚੀਜ਼ਾਂ ਲਿਆਂਦੀਆਂ, ਤਾਂ ਸਾਡੇ ਕੋਲ ਕਿੰਨੇ ਬਾਕੀ ਬਚ ਗਏ। ਤਾਂ ਬਚ ਤੁਹਾਨੂੰ ਪਤਾ ਵੀ ਕਿੰਨੇ ਬਾਕੀ, ਜਿੱਥੇ ਬਾਕੀ ਆ ਜਾਓ ਸਵਾਲ ਕੀ ਹੁੰਦਾ ਘਟਾਓ ਦਾ। ਆਪਾਂ 325 ਦੇ ਵਿੱਚੋਂ 292 ਰੁਪਏ ਘਟਾ ਦਾਂਗੇ, ਹੈ ਨਾ। ਅੱਗੇ ਦੇਖੋ, ਜੇਕਰ 812 ਪਾਣੀ ਦੀਆਂ ਬੋਤਲਾਂ ਵਿੱਚੋਂ 742 ਪਾਣੀ ਪੀ ਗਏ, 800 ਬੋਤਲਾਂ ਸੀ, ਗਰਮੀ ਬਹੁਤ ਸੀ, ਉਹਦੇ ਵਿੱਚੋਂ 742 ਬੋਤਲਾਂ ਸੀ ਪਾਣੀ ਦੀਆਂ ਪੀ ਗਏ, ਤਾਂ ਬਾਕੀ ਕਿੰਨੀਆਂ ਬਚ ਗਈਆਂ। ਇਹਦਾ ਮਤਲਬ ਕੀ ਹੈ ਬੱਚੋ, ਇਹ ਘਟਾਓ ਦਾ ਹੋ ਗਿਆ। ਆਪਾਂ ਕੀ ਕਰਾਂਗੇ 812 ਦੇ ਵਿੱਚੋਂ ਘਟਾਓ ਕਰ ਦਾਂਗੇ 742। ਇਹ ਬੱਚੋ ਤੁਸੀਂ 1-2 ਦਿਨਾਂ 'ਚ ਕੰਮ ਕਰਨਾ, ਇਹ ਨਹੀਂ ਵੀ ਇੱਕ ਦਿਨ 'ਚ ਸਾਰਾ ਕੰਮ ਕਰਨਾ, ਠੀਕ ਹੈ। ਚੰਗੀ ਤਰ੍ਹਾਂ ਸਮਝ ਕੇ, ਜੇਕਰ ਤੁਹਾਨੂੰ ਫਿਰ ਵੀ ਨਾ ਜਾ ਹੋਇਆ ਤਾਂ ਮੈਨੂੰ ਫੋਨ ਕਰਕੇ ਕਹਿ ਦਿਓ, ਮੈਡਮ ਜੀ ਸਾਨੂੰ ਇਹ ਸਵਾਲ ਸਮਝ ਨਹੀਂ ਆਏ, ਤਾਂ ਮੈਂ ਤੁਹਾਨੂੰ ਦੁਬਾਰਾ ਕਰਵਾ ਦਾਂਗੀ, ਠੀਕ ਹੈ ਬੱਚਿਓ। ਓਕੇ ਬਾਏ, ਹੈਵ ਅ ਨਾਈਸ ਡੇ।